गुड मॉर्निंग गाइस, वेलकम बैक टू द चैनल। ਅੱਜ ਮੈਂ ਘਰ ਦੇ ਬਾਹਰ ਖੜ ਕੇ ਵਲੌਗ ਸਟਾਰਟ ਕਰ ਰਹੀ ਹਾਂ। ਬਾਰਿਸ਼ ਹੋ ਰਹੀ ਹੈ ਬਾਹਰ ਐਕਚੁਅਲੀ, ਤੇ ਮੌਸਮ ਵਧੀਆ ਵਾ। ਹੋ ਗਿਆ ਮੈਨੂੰ 1-1.5 ਘੰਟਾ ਉੱਠੀ ਨੂੰ। ਅੱਜ ਮੇਰਾ ਮੂਡ ਕੁਝ ਖਾਸ ਨਹੀਂ ਹੈ ਫॉर ਸਮ ਰੀਜ਼ਨਸ, ਤੇ ਮੇਰਾ ਜਿਹੜਾ ਲਾਸਟ ਮੂਮੈਂਟ ਵਾਲਾ ਸਮਾਨ ਰਹੇਗਾ ਉਹ ਵੀ ਪੈਕ ਕਰਨ ਦਾ ਬਿਲਕੁਲ ਮੂਡ ਨਹੀਂ ਹੈ। ਤਾਂ ਮੈਂ ਸੋਚ ਰਹੀ ਹਾਂ ਵੀ ਮੈਂ ਅੱਜ ਲਾਇਬ੍ਰੇਰੀ ਜਾਵਾਂ ਜਾਂ ਫਿਰ ਕੈਫੇ ਜਾਵਾਂ। ਉੱਥੇ ਜਾ ਕੇ ਮੈਂ ਐਟਲੀਸਟ ਵੀਡੀਓਜ਼ ਆ ਜਿਹੜੀਆਂ ਉਹ ਐਡਿਟ ਕਰ ਲਵਾਂ, ਅਤੇ ਸੋ ਦੈਟ ਮੈਨੂੰ ਕੋਈ ਉਹ ਨਹੀਂ ਹੋਗਾ ਵੀ ਜੇ ਮੈਂ ਘਰੇ ਰਹਿ ਕੇ ਵੀ ਕੋਈ ਕੰਮ ਨਹੀਂ ਕੀਤਾ, ਬਾਹਰ ਜਾ ਕੇ ਵੀ ਕੋਈ ਕੰਮ ਨਹੀਂ ਕੀਤਾ। ਬਾਹਰਲਾ ਮੋਸਟਲੀ ਮੇਰਾ ਕੰਮ ਹੋ ਚੁੱਕਾ। ਅਤੇ ਬ੍ਰੇਕਫਾਸਟ ਰੈਡੀ ਆ। ਸੂਜੀ ਦਾ ਚਿੱਲਾ, ਬੇਸਨ ਸੂਜੀ ਦਾ ਚਿੱਲਾ ਬਣਾ ਕੇ ਰੱਖਿਆ। ਐਂਡ ਅੱਜ ਮੈਂ ਇਹਦੇ ਵਿੱਚ ਟੋਫੂ ਵੀ ਗ੍ਰੇਟ ਕਰਕੇ ਪਾਇਆ ਵਾ। ਅੱਜ ਐਨਰਜੀ ਕਾਫੀ ਲੋ ਜਿਹੀ ਲੱਗ ਰਹੀ ਹੈ, ਕੁਝ ਕਰਨ ਦਾ ਮਨ ਨਹੀਂ ਕਰ ਰਿਹਾ। ਮੇਬੀ ਆਈ ਹੈਡ ਵੈਰੀ ਰਿਲੈਕਸਿੰਗ ਡੇ ਯੈਸਟਰਡੇ, ਅਤੇ ਮੈਂ ਕੁਝ ਪ੍ਰੋਡਕਟਿਵ ਨਹੀਂ ਕੀਤਾ। ਜਦੋਂ ਪ੍ਰੋਡਕਟਿਵ ਨਾ ਕਰਾਂ ਫਿਰ ਹੋਰ ਜ਼ਿਆਦਾ ਨੈਕਸਟ ਡੇ ਇੱਦਾਂ ਲੋ ਹੋ ਜਾਂਦਾ ਵਾ, ਬਿਕਾਜ਼ ਮੈਂ ਕੱਲ੍ਹ ਕੁਝ ਪ੍ਰੋਡਕਟਿਵ ਨਹੀਂ ਕੀਤਾ। ਸੋ ਆਈ ਰੀਲੀ ਵਾਂਟ ਟੂ ਡੂ ਸਮਥਿੰਗ ਪ੍ਰੋਡਕਟਿਵਿਟੀ ਦੇ ਵਿੱਚ ਫਿਲਹਾਲ ਮੈਨੇ ਇਹ ਵੀ ਮੇਰੀਆਂ ਕਿੰਨੀਆਂ ਹੀ ਵੀਡੀਓਜ਼ ਲਾਈਨਸ ਲੱਗੀਆਂ ਹੋਈਆਂ, ਉਹਨਾਂ ਨੂੰ ਮੈਂ ਐਡਿਟ ਕਰ ਲਾਂ ਸੋ ਦੈਟ ਮੇਰੇ ਦਿਮਾਗ ਤੋਂ ਥੋੜ੍ਹਾ ਜਿਹਾ ਭਾਰ ਨਿਕਲੇ ਵੀ ਹਾਂ ਮੈਂ ਕੁਝ ਕੀਤਾ। ਤਵਾ ਇਜ਼ ਔਨ, ਗਰਮ ਹੋ ਚੁੱਕਿਆ ਵਾ, ਥੋੜ੍ਹਾ ਟਾਈਮ ਹੈ ਹਜੇ। ਅਤੇ ਮੈਂ ਸੋਚ ਰਹੀ ਹਾਂ ਕਦੇ ਕਦੇ ਲਾਈਫ ਕਿੰਨੀ ਅਨਪ੍ਰੈਡਿਕਟੇਬਲ ਹੋ ਜਾਂਦੀ ਆ ਨਾ। ਸਾਰਾ ਕੁਝ ਸਹੀ ਚੱਲਦਾ ਲਾਈਕ ਆਈ ਐਮ ਹੈਪੀ ਵਿਦ ਮਾਈ ਡਿਸੀਜਨ। ਕੋਈ ਮੈਨੂੰ ਦੁੱਖ ਨਹੀਂ, ਅੱਜ ਵੀ ਮੂਮੈਂਟ 'ਚ ਮੈਨੂੰ ਕੋਈ ਦੁੱਖ ਨਹੀਂ ਆ। ਬਟ ਇਸ ਜਸਟ ਹੁਣ ਪਤਾ ਲੱਗਣ ਲੱਗ ਗਿਆ ਨਾ ਕਿ ਆਈ ਐਮ ਫਾਈਨਲੀ ਲੀਵਿੰਗ। ਲਾਈਕ ਆਈ ਕੈਨ ਫੀਲ ਇਟ ਇਨ ਟੂ ਮਾਈ ਬੋਨਸ ਨਾਓ ਕਿ ਆਈ ਐਮ ਲੀਵਿੰਗ। ਦੋ ਆਈ ਵਿਲ ਕਮ ਬੈਕ ਬਟ ਫਿਊਚਰ ਇਜ਼ ਅਨਸਰਟਨ, ਰਾਈਟ। ਤੁਸੀਂ ਆਪਣੀ ਮਿਹਨਤ ਕਰ ਸਕਦੇ ਹੋ। ਇਹਨਾਂ 4-4.5 ਸਾਲ 'ਚ ਮੈਂ ਆਪਣੀ ਮਿਹਨਤ ਕੀਤੀ, ਬਟ ਯੂ ਕੈਨ ਨਾਟ ਕੰਟਰੋਲ ਦ ਆਊਟਕਮ। ਸੋ ਉੱਥੇ ਜਾ ਕੇ ਵੀ ਮੈਂ ਮਿਹਨਤ ਹੀ ਕਰੂੰਗੀ, ਕਿਉਂਕਿ ਇਹੀ ਚੀਜ਼ ਆ ਜਿਹੜੀ ਮੇਰੇ ਕੰਟਰੋਲ 'ਚ ਆ। ਬਟ ਲਾਈਫ ਤੁਹਾਨੂੰ ਕਿੰਨਾ ਕੁਝ ਸਿਖਾਉਂਦੀ ਆ ਨਾ, ਬਹੁਤ ਕੁਝ ਸਿਖਾਉਂਦੀ ਆ। ਇਹਨਾਂ 4-4.5 ਸਾਲਾਂ ਦੇ ਵਿੱਚ ਜੇ ਮੈਂ ਇੰਡੀਆ 'ਚ ਹੁੰਦੀ ਨਾ, ਮੈਂ ਕਦੇ ਉਹ ਚੀਜ਼ਾਂ ਨਾ ਸਿੱਖ ਪਾਉਂਦੀ, ਐਕਸਪੀਰੀਅੰਸ ਕਰ ਪਾਉਂਦੀ ਜੋ ਮੈਂ ਇੱਥੇ ਆ ਕੇ ਕੀਤੀਆਂ। ਸੋ ਆਈ ਵਿਲ ਆਲਵੇਜ਼ ਬੀ ਗ੍ਰੇਟਫੁਲ ਫॉर ਦਿਸ ਜਰਨੀ। ਜਿਹੜੇ ਲੋਕ ਆਏ, ਕਿਉਂਕਿ ਉਹਨਾਂ ਬਿਨਾਂ ਸ਼ਾਇਦ ਮੈਂ ਨਹੀਂ ਸਿੱਖ ਪਾਉਂਦੀ ਜੋ ਮੈਂ ਅੱਜ ਸਿੱਖ ਕੇ ਬੈਠੀ ਹਾਂ। ਬਟ ਇੱਕ ਚੀਜ਼ ਆ ਵੀ ਹਰ ਬੰਦੇ ਨੂੰ ਨਾ ਲਾਈਫ 'ਚ ਰੌਕ ਬੋਟਮ ਜ਼ਰੂਰ ਹਿੱਟ ਕਰਨਾ ਚਾਹੀਦਾ ਇੱਕ ਵਾਰੀ, ਕਿਉਂਕਿ ਜਦੋਂ ਤੁਸੀਂ ਰੌਕ ਬੋਟਮ ਹਿੱਟ ਕਰਦੇ ਹੋ ਨਾ, ਤੁਸੀਂ ਗਰਾਊਂਡ 'ਤੇ ਆਉਂਦੇ ਹੋ, ਤੁਹਾਨੂੰ ਫਿਰ ਰਿਐਲਿਟੀ ਦਿਖਣ ਲੱਗ ਜਾਂਦੀ ਆ। ਤੁਸੀਂ ਆਪਣੀ ਫੈਂਟਸੀਜ਼, ਡਿਲਿਊਸ਼ਨਸ 'ਚੋਂ ਬਾਹਰ ਆ ਕੇ ਰੀਅਲ ਲਾਈਫ ਨੂੰ ਅਤੇ ਉਹਦੇ ਫੈਕਟਸ ਨੂੰ ਸਮਝਣ ਲੱਗ ਜਾਂਦੇ ਹੋ। ਕਿਉਂਕਿ ਰੌਕ ਬੋਟਮ ਜਦ ਤੱਕ ਆਪਾਂ ਹਿੱਟ ਨਹੀਂ ਨਾ ਕਰਦੇ, ਆਪਾਂ ਬਹੁਤ ਜ਼ਿਆਦਾ ਈਗੋ 'ਚ ਰਹਿੰਦੇ ਹਾਂ। ਮੈਂ ਇਹ ਨਹੀਂ ਕਹਿੰਦੀ ਇਨਸਾਨ ਦੇ ਵਿੱਚੋਂ ਈਗੋ ਖਤਮ ਹੋ ਜਾਂਦੀ ਹੈ ਰੌਕ ਬੋਟਮ ਹਿੱਟ ਕਰਨ ਤੋਂ ਬਾਅਦ। ਇਟ ਡਿਪੈਂਡਸ। ਬਟ ਈਗੋ ਇੱਕ ਇੱਦਾਂ ਦੀ ਚੀਜ਼ ਆ, ਕਿਤੇ ਨਾ ਕਿਤੇ ਇਨਸਾਨ ਦਿਖਾਈ ਦਿੰਦਾ ਵਾ। ਆਪਾਂ ਹਰ ਇੱਕ ਇਨਸਾਨ ਦੇ ਵਿੱਚ ਈਗੋ ਆ, ਗੁੱਸਾ ਵਾ, ਐਰੋਗੈਂਸ ਆ, ਸਾਰਾ ਕੁਛ ਵਾ। ਬਟ ਆਈ ਥਿੰਕ ਰੌਕ ਬੋਟਮ ਹਿੱਟ ਕਰਨ ਤੋਂ ਬਾਅਦ ਤੁਸੀਂ ਹੰਬਲ ਜ਼ਿਆਦਾ ਹੋਣ ਲੱਗ ਜਾਂਦੇ ਹੋ ਚੀਜ਼ਾਂ ਨੂੰ ਲੈ ਕੇ। ਤੁਸੀਂ ਆਪਣੇ ਈਗੋ ਨੂੰ ਵੀ ਸਮਝਣ ਲੱਗ ਜਾਂਦੇ ਹੋ, ਵੀ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਹ ਮੂਮੈਂਟ 'ਚ ਮੇਰੀ ਈਗੋ ਵੱਡੀ ਸੀਗੀ ਕਿ ਮੈਂ ਵੱਡਾ ਸੀਗਾ। ਐਂਡ it was fantastic journey. The last 4.5 years were tough, hard, but I would say the most transformative years of my life, and I would forever be grateful and hug those years so closely, ਕਿਉਂਕਿ ਇਹਨਾਂ 4-4.5 ਸਾਲਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ। ਚੈੱਕ ਇਟ ਆਊਟ ਮਾਈ ਇੰਟਰੋਡਕਸ਼ਨ ਵੀਡੀਓ, ਜਿਹਦੇ ਵਿੱਚ ਸਾਰੀ ਇੰਟਰੋ ਦਿੱਤੀ ਹੋਈ ਆ। ਮੈਂ ਆਪਣਾ ਸਾਰਾ ਕੁਝ ਦੱਸਿਆ ਹੋਇਆ ਵਾ ਵੀ ਮੈਂ ਇੰਡੀਆ ਕਿਉਂ ਜਾ ਰਹੀ ਹਾਂ, ਮੈਂ ਇੱਥੇ ਰਹਿਣਾ ਕਿਉਂ ਨਹੀਂ ਚੂਜ਼ ਕਰ ਰਹੀ for now at least. Hi guys, welcome back. I know it's so stupid of me ਕਿ ਮੈਂ ਕੱਲ੍ਹ ਦਾ ਵਲੌਗ ਹੀ ਨਹੀਂ ਕੰਟੀਨਿਊ ਕੀਤਾ। ਇਹਨਾਂ ਨਟਸ਼ਲ ਮੈਂ ਦੱਸ ਦਿੰਦੀ ਹਾਂ। ਕੱਲ੍ਹ ਮੈਂ ਕਾਫੀ 'ਤੇ ਗਈ ਸੀਗੀ, ਕਾਫੀ ਪੀ ਕੇ ਘਰੇ ਆ ਗਈ ਸੀਗੀ। ਐਂਡ ਦੈਨ ਘਰੇ ਆ ਕੇ ਮੈਂ ਜੋ ਪਾਸਤਾ ਬਣਾਇਆ ਸੀਗਾ ਉਹ ਖਾਧਾ। ਸੋ ਇਹ ਸੀਗਾ ਕੱਲ੍ਹ ਦਾ। ਅਤੇ ਨਵੀਂ ਅਪਡੇਟ ਆ, ਮੇਰੇ ਇੱਥੇ 2 ਪਿੰਪਲ ਇਕੱਠੇ ਆ ਗਏ ਫੇਰ, which is definitely exhausting and frustrating to see, and I don't know. So मैं सोचा ਹੁਣ मैं इंडिया जाऊँगी, मैं अपना blood test for sure करा के आऊँगी, because I feel like if it's not about shampoo, might be a hormonal imbalance. So ਅੱਜ ਦੀ update, so it's currently 3:50 ਅਤੇ ਮੈਂ ਹੁਣ vlog ਸ਼ੁਰੂ ਕਰ ਰਹੀ ਹਾਂ, ਮਤਲਬ ਕੰਟੀਨਿਊ ਕਰ ਰਹੀ ਹਾਂ ਬੇਸਿਕਲੀ। ਸਵੇਰੇ ਮੈਂ ਉੱਠੀ, ਮੈਂ ਆਪਣਾ ਬ੍ਰੇਕਫਾਸਟ ਕੀਤਾ, ਯੋਗਾ ਕੀਤੀ, and then my sister encouraged me to pack everything, ਕਿਉਂਕਿ ਮੇਰੇ ਕੋਲ ਸਿਰਫ ਕੱਲ੍ਹ ਦਾ ਅਤੇ ਪਰਸੋਂ ਦਾ ਦਿਨ ਰਹਿ ਗਿਆ, which is tomorrow and the day after tomorrow, and ਉਸ ਤੋਂ ਬਾਅਦ ਮੈਂ ਮੂਵ ਹੋ ਰਹੀ ਹਾਂ। ਅਤੇ ਮੈਂ ਸੋਚਿਆ ਸੀਗਾ ਪਹਿਲਾਂ ਵੀ ਮੈਂ ਪਰਸੋਂ ਨੂੰ ਕਰ ਲੂੰਗੀ, ਬਟ ਦੈਨ ਨੋ, ਆਈ ਹੈਵ ਟੂ ਗੋ ਟੂ ਵਨ ਆਫ ਮਾਈ ਫਰੈਂਡਸ ਹਾਊਸ, ਕਿਉਂਕਿ ਉਹਨੇ ਮੈਨੂੰ ਡਿਨਰ 'ਤੇ ਇਨਵਾਈਟ ਕੀਤਾ। ਸੋ ਆਈ ਹੈਵ ਟੂ ਗੋ ਦੇਅਰ। ਅਤੇ ਮੈਂ ਸੋਚ ਰਹੀ ਹਾਂ ਵੀ ਮੈਂ ਕੱਲ੍ਹ ਉੱਥੇ ਜਾ ਕੇ ਆਊਂਗੀ, ਪਰਸੋਂ ਆਈ ਵਿਲ ਸਟਿਲ ਸਪੇਅਰ ਦੈਟ ਡੇ, ਸੋ ਦੈਟ ਜੇ ਫਾਈਨਲ ਪ੍ਰੈਪਰੇਸ਼ਨਸ ਆ ਜੋ ਮੈਂ ਉਹ ਕਰ ਲਵਾਂ। ਕਰੰਟਲੀ ਮੇਰੇ ਰੂਮ ਦੀ ਹਾਲਤ ਆ ਵਾ,
ਅੱਜ ਮੈਂ ਉੱਥੋਂ ਪੇਂਟਿੰਗਸ ਵੀ ਉਤਾਰ ਲੀਆਂ ਲਾਈਕ ਦਿਸ ਇਜ਼ ਮਾਈ ਰੂਮ ਹਾਲਤ ਦਿਸ ਇਜ਼ ਦ ਬੈਸਟ ਥਿੰਗ ਬਿਕਾਜ਼ ਫਾਈਨਲੀ ਅੱਜ ਮੈਂ ਇਹ ਮੈਂ ਆਇਲ ਲਗਾਇਆ ਹੋਇਆ ਸਿਰ ਦੇ ਵਿੱਚ ਮੈਂ ਨਹਾਉਣਾ ਵਾ ਉੱਠ ਕੇ ਸੋ ਫਾਈਨਲੀ ਅੱਜ ਮੈਂ 23 kg ਦਾ ਇੱਕ ਬੈਗ ਆ ਜਿਹੜਾ ਉਹ ਪੈਕ ਕਰ ਲਿਆ ਵਾ ਥੱਲੇ ਵੀ ਪੂਰਾ ਮੈਸ ਹੋਇਆ ਪਿਆ ਵਾ ਲੌਬੀ ਦੇ ਵਿੱਚ ਬਟ ਆਮ ਗੋਨਾ ਡੂ ਇਸ ਕਿ ਆਹ ਅਟੈਚੀ ਜਿਹੜਾ ਮੈਂ ਥੱਲੇ ਬੇਸਮੈਂਟ 'ਚ ਛੱਡ ਕੇ ਆਉਣਾ ਵਾ ਐਂਡ ਆਈ ਥਿੰਕ ਮੈਨੂੰ ਹੁਣ ਕਿਚਨ ਦਾ ਵੀ ਮੈਂ ਸਾਰਾ ਚੱਕ ਲਿਆ ਅੱਜ ਸਾਰਾ ਕੁਝ ਵੀ ਥਿੰਕ ਕਿਉਂਕਿ ਮੇਰੇ ਹਾਊਸਮੇਟਸ ਉਹ ਕਹਿੰਦੇ ਯੂ ਕੈਨ ਯੂਜ਼ ਆਰ ਸਟਫ ਕਿਉਂਕਿ 2 ਹੀ ਦਿਨ ਰਹਿ ਗਿਆ ਸੋ ਆਈ ਐਮ ਸੋ ਟਾਇਰਡ ਆਈ ਜਸਟ ਕੱਟ ਦ ਕਾਲ ਵਿਦ ਮਾਈ ਸਿਸਟਰ ਆ ਜਿਹੜੀਆਂ ਮੈਂ ਫੋਟੋਜ਼ ਵਗੈਰਾ ਕੱਢੀਆਂ ਵਾ ਆ ਚੱਕਣੀਆਂ ਮਤਲਬ ਦੇਰ ਇਜ਼ ਸੋ ਮਚ ਆਫ ਮੈਸ ਟਰਸਟ ਮੀ ਫਿਲਹਾਲ ਇਹਨੂੰ ਥੱਲੇ ਲੈ ਕੇ ਜਾਂਦੇ ਹਾਂ ਕਿਉਂਕਿ ਮੈਨੂੰ ਲੌਕ ਵੀ ਲਗਾ ਦਿੱਤਾ ਵਾ ਐਂਡ ਕਿਉਂਕਿ ਮੈਨੂੰ ਵੇ ਵੀ ਕਰ ਲਿਆ ਇਟ ਇਜ਼ 23 point something which is fine ਇਹਨੂੰ ਹੁਣ ਆਪਾਂ ਥੱਲੇ ਲੈ ਕੇ ਜਾਂਦੇ ਹਾਂ ਐਂਡ ਦੈਨ ਆਲ ਸ਼ੋ ਯੂ ਵੀ ਨੀਚੇ ਕਿੰਨਾ ਮੈਸ ਆ ਦੇਖਦੇ ਟਾਈਮ ਦੇ ਮੈਂ ਆਪਣਾ ਜਿਹੜਾ ਸੂਟ ਕੇ ਸਭ ਨੀਚੇ ਲੈ ਆਈ ਹਾਂ ਇਹਨੂੰ ਹੁਣ ਜੇ ਮੈਂ ਬੇਸਮੈਂਟ 'ਚ ਰੱਖਣਾ ਪਤਾ ਨਹੀਂ ਕਿੱਦਾਂ ਬਟ ਰੱਖਣਾ ਵਾ ਕਿਉਂਕਿ ਅੱਜ 2 ਦਿਨ ਹੈਗੇ ਤੇ ਮੈਂ ਇੱਥੇ ਕਾਮਨ ਏਰੀਆ ਦੇ ਵਿੱਚ ਖਲਾਰਾ ਨਹੀਂ ਪਾ ਸਕਦੀ you guys will be amazed to see ਕਿ ਮੈਂ ਇੱਥੇ ਕਿੰਨਾ ਖਲਾਰਾ ਪਾਇਆ ਵਾ ਗਾਰਬੇਜ ਸੁੱਟ ਕੇ ਆਉਣਾ ਇਹਦੇ ਵਿੱਚ ਮੈਂ ਸਾਰਾ ਆਪਣਾ ਕਿਚਨ ਵੇਅਰ ਆ ਜਿਹੜਾ ਪੈਕ ਕੀਤਾ ਵਾ ਭਾਂਡੇ ਭੁੰਡੇ ਕੋਲੀ ਪਲੇਟ ਸਭ ਕੁਝ ਚੱਕ ਦਿੱਤਾ ਵੀ ਹਜੇ ਵਿੱਚ ਪੈਕ ਕਰਨਾ there is a lot to do trust me moving in and out not fun ਤੇ ਹਜੇ ਹੋਰ ਵੀ ਫਨ ਹੋਊਗਾ ਜਦੋਂ ਵਾਪਸ ਆ ਕੇ ਲਾਈਫ ਫੇਰ ਸਕ੍ਰੈਚ ਤੋਂ ਸ਼ੁਰੂ ਕਰਨੀ ਐਂਡ ਫਿਲਹਾਲ ਤਾਂ ਮੈਂ ਜਾ ਰਹੀ ਵਾਟਰਮੈਲਨ ਕੱਟ ਕਰਕੇ ਖਾਣ ਬਿਕਾਜ਼ ਆਈ ਐਮ starving upcoming months are not going to be easy I know I have to study a lot and uncertainty ਬਹੁਤ ਜ਼ਿਆਦਾ ਵਾ ਚੀਜ਼ਾਂ ਨੂੰ ਲੈ ਕੇ ਕਿ ਮੈਂ ਤਾਂ ਆਪਣੇ ਵੱਲੋਂ ਮਿਹਨਤ ਪੂਰੀ ਕਰੂੰਗੀ ਪਰ ਰਿਜ਼ਲਟਸ 'ਚ ਕੁਝ ਆਪੋਜ਼ਿਟ ਹੋ ਗਿਆ ਤਾਂ ਦੇਰ ਬਹੁਤ ਕੁਝ ਸੋਚਦੀ ਪਈ ਹਾਂ ਇਸ ਟਾਈਮ 'ਤੇ ਮੈਂ ਬਟ ਅਗੇਨ ਜਦੋਂ ਮੇਰੇ ਮਾਈਂਡ ਦੇ ਵਿੱਚ ਬਹੁਤ ਮਲਟੀਪਲ ਥਾਟਸ ਆਉਂਦੇ ਤਾਂ ਮੈਂ ਆਪਣੇ ਆਪ ਨੂੰ ਗਰਾਊਂਡ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਮੈਂ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ ਜੋ ਮੇਰੇ ਕੋਲ ਹੋ ਰਿਹਾ ਮੈਂ ਉਹ ਕਰਾਂ ਕਿਉਂਕਿ ਮੈਂ ਉਸ ਦਿਨ ਆਪਣੇ ਪਾਪਾ ਨੂੰ ਕੁਐਸਚਨ ਕੀਤਾ ਮੈਂ ਕਿਹਾ ਵੀ ਜੇ ਕੋਈ ਇਨਸਾਨ ਬਹੁਤ ਮਿਹਨਤੀ ਹੋਵੇ ਅਤੇ ਫਿਰ ਵੀ ਉਹਨੂੰ ਉਹਦੀ ਮਿਹਨਤ ਜੋ ਉਹ ਚਾਹੁੰਦਾ ਹੋਵੇ ਉਹ ਨਾ ਮਿਲੇ ਤਾਂ ਇਜ਼ ਲਾਈਕ ਕੁਛ ਨਹੀਂ ਆਪਾਂ ਨੂੰ ਬਸ ਟਾਈਮ ਨਾਲ ਚੱਲਣਾ ਪੈਂਦਾ ਵਾ ਬਿਕਾਜ਼ ਹੁਣ ਉਹੀ ਹੈ ਜੋ ਰੱਬ ਨੇ ਚਾਹਿਆ ਰੱਬ ਦੇ ਮੂਹਰੇ ਆਪਣਾ ਜ਼ੋਰ ਨਹੀਂ ਹੈਗਾ ਅਤੇ ਕਿਸਮਤ 'ਚ ਜਿੰਨਾ ਲਿਖਿਆ ਓਨਾ ਹੀ ਮਿਲਦਾ ਵਾ ਤੂੰ ਆਪਣੀ ਮਿਹਨਤ ਕਰ ਬਾਕੀ ਫਲ ਦੀ ਚਿੰਤਾ ਨਾ ਕਰ ਸ਼ਾਇਦ ਤੂੰ ਜਿਹੜਾ ਫਲ ਸੋਚ ਰਹੀ ਹੈ ਉਹ ਤੇਰੇ ਵਾਸਤੇ ਇੰਨਾ ਬੈਟਰ ਨਾ ਹੋਵੇ ਜੋ ਤੈਨੂੰ ਰੱਬ ਨੇ ਦੇਣਾ ਹੋਵੇ ਸੋ ਪੇਰੈਂਟਸ ਬਹੁਤ ਹੈਲਪ ਕਰਦੇ ਆ ਮੈਂ ਚਾਹੁੰਦੀ ਹਾਂ ਮੈਂ ਮੇਰੇ ਪੇਰੈਂਟਸ ਦੇ ਨਾਲ ਮੇਰੀ ਇੱਦਾਂ ਦੀ ਕਨਵਰਸੇਸ਼ਨਸ ਹੁੰਦੀਆਂ ਰਹਿਣ ਦੇ ਆਰ ਵੈਰੀ ਓਪਨ ਅਬਾਊਟ ਦੀਸ ਥਿੰਗਸ ਐਂਡ ਅਗੇਨ ਗ੍ਰੈਟੀਟਿਊਡ ਆਈ ਡੋਂਟ ਨੋ ਇੰਡੀਆ ਦੀ ਜਰਨੀ ਕਿੱਦਾਂ ਦੀ ਹੋਊਗੀ ਮੇਰੀ ਲਾਈਫ 'ਚ ਕਿਹੜੇ ਹੁਣ ਟਰਨਿੰਗ ਪੁਆਇੰਟਸ ਆਉਣਗੇ ਕੀ ਹੋਣਗੇ ਜੋ ਵੀ ਹੋਊਗਾ ਆਮ ਗੋਨਾ ਸ਼ੇਅਰ ਐਵਰੀਥਿੰਗ ਵਿਦ ਯੂ ਗਾਈਜ਼ ਇੰਡੀਆ 'ਚ ਜਾ ਕੇ ਵੀ ਐਵਰੀ ਡੇ ਇਜ਼ ਨਾਟ ਗੋਇੰਗ ਟੂ ਬੀ ਗੋਲਡਨ ਉੱਥੇ ਵੀ ਸਟਰਗਲਸ ਹੋਣਗੀਆਂ ਉੱਥੇ ਵੀ ਅੱਡ ਚੀਜ਼ਾਂ ਹੋਣਗੀਆਂ It is almost 6 and I am so done for the day. I really need, it's a 2 people work ਜਿਹੜਾ ਕਿ ਮੈਂ ਇਕੱਲੀ ਕਰ ਰਹੀ ਹਾਂ and I really need some help. ਫਿਲਹਾਲ ਵੀ I am still there. ਨੀਚੇ ਵੀ ਖਲਾਰਾ ਇੱਦਾਂ ਹੀ ਪਿਆ ਜਦੋਂ ਸਮਾਨ ਘਟਦਾ ਮੇਰੀ ਐਂਜ਼ਾਈਟੀ ਘਟਦੀ ਆ ਬਟ ਅੱਜ ਮੇਰੀ ਐਂਜ਼ਾਈਟੀ ਘਟਣ ਦਾ ਨਾਮ ਨਹੀਂ ਲੈ ਰਹੀ ਆ ਵੱਧ ਰਹੀ ਉੱਪਰ ਦੇ ਉੱਪਰ ਬਟ ਮੈਨੂੰ ਸਮਝ ਨਹੀਂ ਆ ਰਿਹਾ ਪਰ ਮੈਨੂੰ ਕਰਨਾ ਤਾਂ ਪੈਣਾ ਹੁਣ 6 ਵਜ ਗਏ 2 ਘੰਟੇ ਹੋਰ ਲੱਗੂਗੇ Yes, I'm still there. It is 7:09 ਤੇ look at the situation of my room right now. I know I have to be very quick now and ਇਸ ਚੀਜ਼ ਕਰਕੇ ਕਿ ਮੈਂ ਛੇਤੀ ਕੰਮ ਕਰਾਂ ਮੈਂ ਆਪਣੇ ਆਪ ਨੂੰ ਰਿਸ਼ਵਤ ਦਿੱਤੀ ਆ I just ordered my food. ਹੁਣ ਮੈਨੂੰ ਜਿੰਨਾ ਟਾਈਮ ਡਿਲੀਵਰੀ 'ਚ ਲੱਗੂਗਾ ਉਨੇ ਟਾਈਮ ਦੇ ਵਿੱਚ ਮੈਂ ਸਾਰਾ ਖਲਾਰ ਚੱਕਣਾ ਵਾ ਅਤੇ ਪਹਿਲਾਂ ਤਾਂ ਮੈਂ ਰਜਾਈ ਸੁੱਟ ਕੇ ਆਵਾਂ ਥੱਲੇ ਹੁਣ ਥੋੜ੍ਹਾ ਘੱਟ ਲੱਗ ਰਿਹਾ ਸਾਰਾ ਗਾਰਬੇਜ ਆ ਜਿਹੜਾ ਮੈਂ ਸੁੱਟਣਾ ਵਾ ਸਿਰਫ ਆ ਨਾਲ ਲੈ ਕੇ ਜਾਣਾ ਬਸ ਦੈਟਸ ਇਟ ਐਂਡ ਝਾੜੂ ਮਾਰਨਾ ਪੋਚਾ ਮਾਰਨਾ ਥੋੜ੍ਹੀ ਜਿਹੀ ਬੈੱਡ ਦੀ ਹਾਲਤ ਸਿੱਧੀ ਕਰਦੀ ਹਾਂ ਥੱਲੇ ਵੀ ਇੰਨਾ ਹੀ ਗਾਹ ਵਾ ਜਿੰਨਾ ਉੱਪਰ ਆ ਬਟ ਮੇਰੇ 2 ਬਾਕਸਿਸ ਪੈਕ ਹੋ ਚੁੱਕੇ ਹੈ ਇੱਕ ਸੂਟਕੇਸ ਜਸਟ ਲੁਕਸ ਲਾਈਕ ਦਿਸ ਮਾਨ ਜਿਹੜਾ ਕਿ ਨਾਲ ਜਾਊਗਾ ਨਾਟ ਇੰਡੀਆ ਬਟ ਜਿਹੜਾ ਕਿ ਸਟੋਰੇਜ ਵਿੱਚ ਜਾਊਗਾ ਸੌਰੀ ਮੈਂ ਥੋੜ੍ਹਾ ਰਫ ਹਾਊਸ ਟੂਰ ਵੀ ਦੇਤਾ ਨਾਲ ਦੀ ਨਾਲ ਤੁਹਾਨੂੰ ਦੇਰ ਗੋਜ਼ ਮਾਈ ਰਜਾਈ ਥੋੜ੍ਹਾ ਹੀ ਸਮਾਨ ਹੈ ਮੇਰਾ ਤਾਂ ਇੱਥੇ ਉੱਪਰ ਹੀ ਆ ਬਸ ਉੱਪਰ ਜਾਂਦੇ ਜਾਂਦੇ ਮੈਨੂੰ ਰਸਤੇ 'ਚ ਥੋੜ੍ਹੇ ਪਕੌੜੇ ਲੱਭੇ ਇੰਡੀਆ ਵਾਲੇ ਅਤੇ ਮੈਂ ਵਾਈ ਨਾਟ ਆਈ ਐਮ ਸੋ ਹੰਗਰੀ ਕਹਿੰਦੇ ਭੁੱਖ ਨਾ ਜਿਹੜੀ ਇਨਸਾਨ ਤੋਂ ਬਹੁਤ ਕੁਛ ਕਰਾ ਦਿੰਦੀ ਆ ਮੇਰੀ ਭੁੱਖ ਤਾਂ ਮੈਥੋਂ ਵਾਕਈ ਬਹੁਤ ਕੁਛ ਕਰਾ ਦਿੰਦੀ ਆ ਸੋ ਮੈਂ 7:09 'ਤੇ ਗੱਲ ਕੀਤੀ ਸੀ ਰਾਈਟ ਨਾਓ ਇਟਸ 7:21 ਐਂਡ ਲੁੱਕ ਐਟ ਦ ਸਿਚੁਏਸ਼ਨ ਆਫ ਮਾਈ ਰੂਮ ਨਾਓ ਇਟਸ ਆਲ ਨਾਈਸ ਐਂਡ ਕਲੀਨ ਝਾੜੂ ਲਾਤਾ ਪੋਚਾ ਲਾਤਾ very nice very clean
ਮੈਨੂੰ ਖਾਣ ਦਾ ਲਾਲਚ ਦੇ ਕੇ ਕੁਝ ਵੀ ਕਰਵਾ ਦਿਓ, ਓਨਲੀ ਇਫ ਆਮ ਸਟਾਰਵਿੰਗ। ਪਰ ਉਸ ਲਾਲਚ ਵਿੱਚ ਵੀ ਮੈਂ ਆਪਣੇ ਐਥਿਕਸ ਕੋਲ ਰੱਖਦੀ ਹਾਂ, ਮੋਰਲਸ ਐਥਿਕਸ ਨਾਲ ਰੱਖਦੀ ਹਾਂ ਵੀ ਮੈਨੂੰ ਕਿੱਦਾਂ ਲਾਲਚ ਦਿੱਤੀ ਜਾ ਰਹੀ ਹੈ। ਨਹਾਉਣਾ ਮੈਂ ਜਾ ਕੇ ਸਵੇਰ ਦਾ ਤੇਲ ਆ ਸਿਰ ਦੇ ਵਿੱਚ, ਤੇ ਯੂਜੂਲੀ ਮੈਂ 2-3 ਘੰਟੇ ਤੋਂ ਉੱਪਰ ਤੇਲ ਨਹੀਂ ਰੱਖਦੀ, ਬਟ ਅੱਜ ਇਹ ਵੀਡੀਓ ਦੇਖ ਕੇ ਮੇਰੀ ਮੰਮੀ ਨੂੰ ਬਹੁਤ ਖੁਸ਼ੀ ਹੋ ਗਈ, ਕਿਸੇ ਨੂੰ ਹੋਵੇ ਨਾ ਹੋਵੇ, ਕਿ ਮੇਰੀ ਕੁੜੀ ਨੇ ਸਵੇਰ ਦਾ ਤੇਲ ਲਾ ਕੇ ਰੱਖਿਆ ਹੈ। ਬਸ ਹੁਣ ਮੈਂ ਵੇਟ ਕਰ ਰਹੀ ਹਾਂ ਮੇਰਾ ਫੂਡ ਆ ਜਾਵੇ, ਮੈਂ ਖਾਊਂਗੀ, ਖਾ ਕੇ ਤੇ ਮੈਂ ਫਿਰ ਨਹਾਊਂਗੀ। ਨਾਲ ਮੈਂ ਦੇਖੂੰਗੀ ਕੁਝ ਵਧੀਆ ਜਿਹਾ, ਬਿਕਾਜ਼ ਅੱਜ ਦਾ ਦਿਨ ਬਹੁਤ ਜ਼ਿਆਦਾ ਹੈਕਟਿਕ ਸੀਗਾ। ਮੈਂ ਲਿੱਤੀ ਆ ਨਾ, ਐਂਡ ਯੂ ਗਾਇਜ਼ ਵੋਂਟ ਬਿਲੀਵ ਕਿ ਅੱਜ ਮੈਨੂੰ ਨਹਾਉਣ 'ਚ ਪੂਰਾ an hour 15 minutes ਲੱਗੇ, ਮੇਬੀ ਮੋਰ ਦੈਨ ਦੈਟ। ਹੁਣ ਮੈਂ ਜਾਣਾ ਵਾ, ਜਿਹੜਾ ਥੱਲੇ ਗਾਰਬੇਜ ਪਾਇਲ ਅਪ ਹੋਇਆ ਹੋਇਆ ਵਾ, ਗਾਰਬੇਜ ਸੁੱਟ ਕੇ ਆਵਾਂ, ਬਰਸ਼ ਕਰਨਾ ਵਾ, ਐਂਡ ਦੈਨ ਆਈ ਵਿਲ ਕਾਲ ਇਟ ਟੂਨਾਈਟ। ਇੰਨਾ ਗਾਰਬੇਜ ਭਰਿਆ ਪਿਆ ਨਾ ਥੱਲੇ, ਜਿੱਦਾਂ ਕਬਾੜੀਆਂ ਦਾ ਘਰ ਲੱਗਦਾ ਪਿਆ, ਟੂ ਬੀ ਵੈਰੀ ਓਨੈਸਟ। 3 ਘੰਟੇ ਲੱਗੂਗਾ ਅੱਜ ਗਾਰਬੇਜ ਸੁੱਟਣ 'ਚ। ਦੋ ਆਪਾਂ ਕਹਿ ਦਿੰਦੇ ਆ ਵੀ ਲਾਈਫ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਆਈ ਜਿੱਥੇ ਆ ਡਿਸੀਜਨ ਲੈਣਾ ਪਿਆ, ਬਟ ਟਰਸਟ ਮੀ ਇਟ ਟੇਕਸ ਅ ਲੋਟ ਆਫ ਕਰੇਜ। ਹਿੰਮਤ ਬਹੁਤ ਚਾਹੀਦੀ ਹੈ ਇੱਦਾਂ ਦਾ ਵੱਡਾ ਡਿਸੀਜਨ ਲੈਣ ਵਾਸਤੇ। ਓਨਲੀ ਆਈ ਨੋ ਕਿ ਮੈਂ ਜਿੱਦਾਂ ਜਿੱਦਾਂ ਮੇਰਾ ਸਮਾਨ ਗਿਆ ਵਾ, ਮੈਨੂੰ ਕਿੱਦਾਂ ਦਾ ਫੀਲ ਹੋਇਆ ਵਾ। ਬਟ ਠੀਕ ਆ, ਚੀਜ਼ਾਂ ਨਾਲ ਅਟੈਚਮੈਂਟ ਇਟਸ ਅ ਡਿਫਰੈਂਟ ਥਿੰਗ, ਬਟ ਜਦੋਂ ਤੁਹਾਨੂੰ ਪਤਾ ਨਾ ਵੀ ਤੁਹਾਡਾ ਫਿਊਚਰ ਕਿੰਨਾ ਅਨਸਰਟਨ ਅੱਗੇ ਜਾ ਕੇ, ਉਹ ਇੱਕ ਨੈਕਸਟ ਲੈਵਲ ਦਾ ਸਟ੍ਰੈਸ ਹੁੰਦਾ ਵਾ। ਬਟ ਆਈ ਥਿੰਕ ਰੱਬ 'ਤੇ ਯਕੀਨ ਰੱਖਣਾ ਚਾਹੀਦਾ ਵਾ ਵੀ ਜੋ ਵੀ ਉਹਨਾਂ ਨੇ ਸੋਚਿਆ ਉਹ ਚੰਗਾ ਹੀ ਹੋਊਗਾ। ਅਤੇ ਜਿਹੜਾ ਕਹਿੰਦੇ ਰੱਬ ਇੱਥੇ ਤੱਕ ਲੈ ਆਉਂਦਾ, ਰੱਬ ਨੇ ਇੱਥੇ ਤੱਕ ਲੈ ਆਉਂਦਾ ਤਾਂ ਅੱਗੇ ਵੀ ਫਿਰ ਉਹਨਾਂ ਨੇ ਕੁਛ ਨਾ ਕੁਛ ਸੋਚਿਆ ਹੋਊਗਾ। ਸਿਰਫ ਇਸ ਵਾਸਤੇ ਇਨਸਾਨ ਜਿਹੜਾ ਉਹ ਆਪਣੀ ਜ਼ਿੰਦਗੀ ਅੱਧੀ ਅੱਧੀ ਕੱਢ ਦਿੰਦਾ ਵਾ। ਇਟਸ ਨਾਟ ਈਜ਼ੀ ਟੂ ਐਕਸਪੀਰੀਅੰਸ ਦੀਸ ਥਿੰਗਸ। ਸੋ ਗਾਇਜ਼ ਗਾਰਬੇਜ ਸੁੱਟੇ ਥੱਲੇ ਜਾ ਕੇ, 3 ਗੇੜੇ ਲੱਗੇ ਗਾਰਬੇਜ ਸੁੱਟਣ ਦੇ ਵਿੱਚ, ਐਂਡ ਥੱਲੇ ਵਾਲਾ ਖਲਾਰਾ ਮੈਂ ਇੱਥੇ ਛੱਡ ਕੇ ਆਈ ਹਾਂ। ਆਈ ਵਿਲ handle it tomorrow because what a crazy day it was. Now it's time to go to bed finally. It's 10:08 right now. ਤੇ ਸਵੇਰੇ ਵੀ ਮੈਂ ਛੇਤੀ ਉੱਠੂੰਗੀ ਕਿਉਂਕਿ ਨੀਚੇ ਜਿਹੜਾ ਸਮਾਨ ਪਿਆ ਉਹਨੂੰ ਕਰੂੰਗੀ ਸਹੀ। ਮੋਸਟ ਲਾਈਕਲੀ I'm gonna go to my friend's house. And yeah, that's it for today. ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ। If you like the video, do hit a like, comment down below and subscribe the channel. ਮਿਲਦੇ ਆਪਾਂ ਕੱਲ ਦੀ ਵੀਡੀਓ ਦੇ ਵਿੱਚ। Thank you for watching this video. Bye.